ਸਤਿ ਸ਼੍ਰੀ ਅਕਾਲ ਦੋਸਤੋ, ਲੋਕਰਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਧਾਲੀਵਾਲ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਮਿਹਰਬਾਨੀ ਜੀ, ਸਰੋਤਿਆਂ ਨਾਲ ਜੁੜੇ ਆ। ਸਾਰੇ ਜੁੜੇ ਹੋਏ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਧਾਲੀਵਾਲ ਸਾਹਿਬ, 24 ਦੀ ਇਲੈਕਸ਼ਨ ਹੈ। ਰਾਜਸੀ ਤੌਰ ਦੇ ਉੱਪਰ ਇੱਕ ਜਿਹੜਾ ਨਵਾਂ ਸਿਨੈਰੀਓ ਹੈ, ਉਹ ਤਸਵੀਰ ਬਣ ਰਹੀ ਹੈ। ਉਹ ਸਿਨੈਰੀਓ ਇੱਕ ਤਾਂ ਇੰਡੀਆ ਨਾਮ ਦਾ ਜਿਹੜਾ ਗਰੁੱਪ ਬਣਿਆ, ਇਹਨੂੰ ਲੈ ਕੇ ਕਿਤੇ ਨਾ ਕਿਤੇ ਬੀਜੇਪੀ ਦੇ ਵਿੱਚ ਇਨਸਿਕਿਉਰ ਤਾਂ ਬੀਜੇਪੀ ਫੀਲ ਕਰ ਰਹੀ ਹੈ। ਵਿਰੋਧੀਆਂ ਦਾ ਇੱਕ ਥਾਂ ਦੇ ਉੱਪਰ ਇਕੱਠੇ ਹੋ ਜਾਣਾ, ਹਾਲਾਂਕਿ ਤਜਰਬੇਕਾਰ ਲੋਕਾਂ ਦੀ ਇਹਦੇ ਤੇ ਆਪਣੀ ਆਪਣੀ ਰਾਏ ਹੈਗੀ ਹੈ, ਇਕੱਠੇ ਹੋ ਜਾਣਾ ਬੀਜੇਪੀ ਨੂੰ ਕਿਤੇ ਨਾ ਕਿਤੇ ਖਟਕ ਵੀ ਰਿਹਾ। ਤੇ ਬੀਜੇਪੀ ਦੇ ਇਹਦੇ ਤੇ ਪਲਟਵਾਰ ਵੀ ਹੈਗੇ ਨੇ। ਬੀਜੇਪੀ ਦੇ ਜਿਹੜੇ ਪ੍ਰਵਕਤਾ ਨੇ, ਬੁਲਾ ਰਹੇ ਨੇ ਜਾਂ ਮਿਨਿਸਟਰ ਲੋਕ ਨੇ, ਤਾਂ ਰਾਹੁਲ ਗਾਂਧੀ ਵੀ ਯੂਰਪ ਵਿਜ਼ਿਟ ਕੀਤਾ ਉਹਨਾਂ ਨੇ, ਲੰਡਨ ਦੇ ਵਿੱਚ ਨੇ। ਉਹ ਵੀ ਜਿਹੜੀਆਂ ਵਰਲਡ ਦੀਆਂ ਤਮਾਮ ਭਾਵੇਂ ਵੱਡੀਆਂ ਸ਼ਖਸੀਅਤਾਂ ਨੇ, ਉਹ ਮੀਡੀਆ ਦੇ ਨਾਲ ਸੰਬੰਧਿਤ ਹੋਣ, ਵੱਡੇ ਕਾਰਪੋਰੇਸ਼ਨਾਂ ਦੇ ਲੋਕ ਹੋਣ ਜਾਂ ਵੱਡੇ ਸਿਆਸੀ ਮੰਚ ਹੋਣ, ਉਹਨਾਂ ਲੋਕਾਂ ਦੇ ਨਾਲ ਸ਼ਮੂਲੀਅਤ ਕਰ ਰਹੇ ਨੇ। ਦੂਜੇ ਪਾਸੇ ਇੱਥੇ ਆਪਣੇ ਨਰਿੰਦਰ ਮੋਦੀ ਸਾਹਿਬ ਵੀ G20 ਚੱਲਿਆ, ਇੱਥੇ ਵੱਡੀਆਂ ਸ਼ਖਸੀਅਤਾਂ ਦੇ ਨਾਲ ਡਿਸਕਸ ਹੋਈ। ਪਰ ਇਹਨਾਂ ਸਾਰਿਆਂ ਈਵੈਂਟ ਦੇ ਵਿੱਚ ਇੱਕ ਜਿਹੜਾ ਡਰ ਬੀਜੇਪੀ ਦੇ ਵਿੱਚ ਹੈਗਾ, ਉਹ ਇੰਡੀਆ ਦੇ ਵੱਧਦੇ ਹੋਏ ਜਿਹੜਾ ਕੱਦ ਹੈ, ਉਸ ਕੱਦ ਦਾ। ਕਿਉਂਕਿ ਜਿਸ ਤਰੀਕੇ ਨਾਲ ਲੋਕ ਨਾਲ ਜੁੜ ਰਹੇ ਨੇ, ਭਾਰਤ ਜੋੜੋ ਯਾਤਰਾ ਨੂੰ ਅੱਗੇ ਵਧਾਉਣ ਦੀ ਗੱਲ ਹੋ ਰਹੀ ਹੈ, ਰਾਹੁਲ ਗਾਂਧੀ ਦੀ ਛਵੀ ਦੇ ਉੱਪਰ ਜਿਸ ਤਰੀਕੇ ਨਾਲ ਕੰਮ ਹੋ ਰਿਹਾ, ਰਾਹੁਲ ਗਾਂਧੀ ਦੇ ਜਿਹੜੇ ਲਗਾਤਾਰ ਐਕਸ਼ਨ ਨੇ ਜਾਂ ਇੰਡੀਆ ਦੇ ਨਵੇਂ ਪਲਾਨ ਸਾਹਮਣੇ ਆਉਣੇ ਨੇ, ਉਹਨਾਂ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ, ਕੀ ਤਸਵੀਰ ਬਣ ਰਹੀ ਹੈ ਪੂਰੇ ਇੱਕ ਨੈਸ਼ਨਲ ਲੈਵਲ ਦੇ ਉੱਪਰ? ਧਾਲੀਵਾਲ ਸਾਹਿਬ, ਦੇਖੋ, ਇਹ ਲੱਗਦਾ ਹੈ ਜਿਵੇਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣਾ ਕੁਝ ਸੋਚ ਕੇ ਭਵਿੱਖ ਲਈ ਰਾਜਨੀਤੀ ਬਣਾਉਂਦੀਆਂ ਨੇ, ਰਣਨੀਤੀ ਬਣਾਉਂਦੀਆਂ ਨੇ। ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਨੂੰ 9 ਸਾਲ ਹੋ ਗਏ, 10 ਸਾਲ ਹੋ ਜਾਣਗੇ, 2 ਟਰਮਸ ਪੂਰੀਆਂ ਹੋ ਜਾਣਗੀਆਂ। ਪਹਿਲੀ ਟਰਮ ਦੇ ਵਿੱਚ ਬੀਜੇਪੀ ਨੂੰ ਇਹ ਲੱਗਿਆ ਕਿ ਉਹਨਾਂ ਨੇ ਐਨਾਲਿਸਿਸ ਕੀਤਾ ਕਿ ਜੇਕਰ ਕਾਂਗਰਸ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਜਾਵੇ ਤੇ ਕਾਂਗਰਸ ਨੂੰ ਕਮਜ਼ੋਰ ਹੋਣ ਨਾਲ ਜਿਹੜੇ ਤੀਸਰੀ ਧਿਰ ਇੱਕ ਉੱਭਰ ਜਾਵੇ, ਉਹ ਤੀਸਰੀ ਧਿਰ ਸਾਰੀ ਖੇਤਰੀ ਪਾਰਟੀਆਂ ਦੀ ਹੋਊਗੀ ਤੇ ਉਹਨਾਂ ਦੀ ਚੀਰਫਾੜ ਕਰਨਾ, ਉਹਨਾਂ ਨੂੰ ਤੋੜ ਤੜਕ ਕਰਨਾ ਈਜ਼ੀ ਹੋ ਜਾਏਗਾ। ਕਿਉਂਕਿ ਪੰਜਾਬ ਹੋਵੇ, ਤਾਮਿਲਨਾਡੂ ਹੋਵੇ, ਕਰਨਾਟਕਾ ਹੋਵੇ, ਹਰਿਆਣਾ ਹੋਵੇ, ਕੋਈ ਹੋਰ ਸਟੇਟ ਹੋਵੇ ਜਿੱਥੇ ਕੋਈ ਖੇਤਰੀ ਪਾਰਟੀ, ਜਿਵੇਂ ਜੰਮੂ ਐਂਡ ਕਸ਼ਮੀਰ ਦੀ ਗੱਲ ਕਰਦੇ ਆ, ਉਹਨਾਂ ਦੇ ਹਿੱਤ ਵੱਖਰੇ ਵੱਖਰੇ ਨੇ। ਕਿਸੇ ਇੱਕ ਦਾ ਹਿੱਤ ਪੂਰ ਕੇ ਦੂਜਿਆਂ ਨੂੰ ਕਨਫਿਊਜ਼ ਕੀਤਾ ਜਾ ਸਕਦਾ, ਦੂਰ ਕੀਤਾ ਜਾ ਸਕਦਾ, ਕਿਸੇ ਇੱਕ ਨੂੰ ਉਹਦਾ ਹਿੱਤ ਲੈ ਕੇ ਨੇੜੇ ਕੀਤਾ ਜਾ ਸਕਦਾ। ਸੋ ਪਹਿਲੇ 5 ਸਾਲਾਂ 'ਚ ਇਹਨਾਂ ਦੀ ਇਹ ਜਿਹੜੀ ਨੀਤੀ ਕਾਮਯਾਬ ਰਹੀ ਤੇ ਪਹਿਲੇ 5 ਸਾਲਾਂ ਦੇ ਵਿੱਚ ਇਹ ਨਾਰਾ ਲਾ ਕੇ, ਇੱਕ ਤਾਂ ਜਿਹੜਾ ਪੁਰਾਣਾ ਵਿਰਸਾ ਸੀ, ਵਿਰਾਸਤ ਦੇ ਵਿੱਚ ਲੰਮਾ ਸਮਾਂ ਕਾਂਗਰਸ ਦੀ ਸਰਕਾਰ ਰਹੀ ਸੀ, ਉਹਦੇ ਵਿੱਚ ਉਹ ਕਰਪਸ਼ਨ ਵਗੈਰਾ ਦੇ ਦੋਸ਼ ਬੜੇ ਲੱਗੇ ਉਹਨਾਂ ਤੇ। ਇੱਕ ਤਾਂ ਉਹਨੂੰ ਲੈ ਕੇ, ਦੂਜਾ ਉਹਨਾਂ ਨੂੰ ਲੱਗਿਆ ਕਿ ਜਿਹੜਾ ਲੀਡਿੰਗ ਰੋਲ ਹੈ ਇੱਕ ਵਿਸ਼ੇਸ਼ ਧਿਰਾਂ ਨਾਲ ਕੋਲੀਸ਼ਨ ਸਰਕਾਰ ਦਾ, ਕੋਲੀਸ਼ਨ ਸਰਕਾਰ 10 ਸਾਲ ਸਰਦਾਰ ਮਨਮੋਹਨ ਸਿੰਘ ਦੀ ਅਗਵਾਈ 'ਚ ਚੱਲੀ, ਉਹਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਕਿ ਅੱਗੇ ਤੋਂ ਜੇਕਰ ਕਾਂਗਰਸ ਵੱਡੀ ਭੂਮਿਕਾ 'ਚ ਨਹੀਂ ਰਹੇਗੀ ਤਾਂ ਕੋਲੀਸ਼ਨ ਬਣਨ ਵੇਲੇ ਉਹਦੇ ਟੁੱਟਣ ਦੇ ਚਾਂਸ ਜ਼ਿਆਦਾ ਹੋ ਜਾਣਗੇ। ਪਹਿਲੇ 5 ਸਾਲ ਦੇ ਤਜਰਬਾ ਸਹੀ ਰਿਹਾ, ਉਹਨਾਂ ਦਾ ਨਾਰਾ ਲੱਗਦਾ ਰਿਹਾ ਕਾਂਗਰਸ ਮੁਕਤ ਭਾਰਤ, ਕਾਂਗਰਸ ਮੁਕਤ ਭਾਰਤ। ਤੇ ਕਾਂਗਰਸ ਦੀ ਇਹ ਗੱਲ ਸੱਚੀ ਹੈ ਕਿ ਉਹ ਘੁੰਮ ਘੁਮਾ ਕੇ 50 ਸੀਟਾਂ ਤੋਂ ਨੀਚੇ ਆ ਗਈ। ਜਦੋਂ 50 ਸੀਟਾਂ ਤੋਂ ਨੀਚੇ ਆ ਗਈ ਤਾਂ ਕਾਂਗਰਸ ਮੁਕਤ ਭਾਰਤ ਏਦਾਂ ਲੱਗਣ ਲੱਗ ਗਿਆ ਵੀ ਜਿੱਦਾਂ ਹੁਣ ਜਿਹੜਾ ਸਾਰਾ ਫੋਕਸ ਹੈ ਉਹ ਬੀਜੇਪੀ ਵੱਲੋਂ ਆਪੋਜੀਸ਼ਨ ਮੁਕਤ ਭਾਰਤ ਬਣਨ ਜਾ ਰਿਹਾ ਹੈ। ਅੱਛਾ, ਆਪੋਜੀਸ਼ਨ ਤੇ ਸਾਰੇ ਜਿਹੜੇ ਧਿਰ ਸੀ, ਈਵਨ ਜਿਹਦੇ ਵਿੱਚ ਨਿਤੀਸ਼ ਕੁਮਾਰ ਤੇ ਅਕਾਲੀ ਦਲ ਜਿਹੜੇ ਤੇ ਆਪਣਾ ਉद्धਵ ਠਾਕਰੇ, ਜਿਹੜੀਆਂ ਧਿਰਾਂ ਬੀਜੇਪੀ ਦੇ ਨਾਲ ਵੀ ਸੀ, ਬੀਜੇਪੀ ਨੂੰ ਇਹ ਲੱਗਿਆ ਕਿ ਹੁਣ ਸਾਨੂੰ ਕਿਸੇ ਦੀ ਲੋੜ ਨਹੀਂ। ਉਹ ਲੋੜ ਇਸ ਕਰਕੇ ਨਹੀਂ ਕਿ ਸਾਨੂੰ ਲੋੜ ਨਹੀਂ, ਵੀ ਉਹਨਾਂ ਨੂੰ ਇਹ ਲੱਗਿਆ ਕਿ ਆਪਦੇ ਤੌਰ ਤੇ ਸਾਰੇ ਕਮਜ਼ੋਰ ਹੋ ਗਏ, ਹੁਣ ਕਾਂਗਰਸ ਨਾਲ ਰਲ ਨਹੀਂ ਪਾਉਣਗੇ, ਇਹਨਾਂ ਕੋਲ ਕੋਈ ਆਪਸ਼ਨ ਨਹੀਂ ਹੋਏਗੀ, ਇਸ ਕਰਕੇ ਹੁਣ ਆਪਾਂ ਮਨਮਾਨੀ ਨਾਲ ਇਹਨਾਂ ਸਾਰਿਆਂ ਦੇ ਪਿੱਛੇ ਪੈ ਜਾਓ। ਤੇ ਉਹ ਸਾਰਿਆਂ ਦੇ ਪਿੱਛੇ ਪੈ ਕੇ ਉਹਨਾਂ ਨੂੰ ਤੰਗ ਕੀਤਾ ਗਿਆ। ਉਹਨਾਂ ਦੀ ਜਿਹੜੀ ਸਿਆਸੀ ਜ਼ਮੀਨ ਹੈ ਉਹ ਖੋਹ ਲਈ ਗਈ। ਮੈਂ ਇਹੀ ਕਹੂੰਗਾ, ਹਰਿਆਣੇ 'ਚ ਚੌਟਾਲੇ ਉਹਦੇ ਪਿੱਛੇ ਚਲੇ ਗਏ, ਪੰਜਾਬ 'ਚ ਅਕਾਲੀ ਦਲ ਪਿੱਛੇ ਚਲਾ ਗਿਆ, J&K 'ਚ ਉੱਥੋਂ ਦੀਆਂ ਲੋਕਲ ਪਾਰਟੀਆਂ ਪਿੱਛੇ ਚਲੇ ਗਈਆਂ, ਗਵਰਨਰੀ ਰਾਜ ਲਾ ਕੇ ਉੱਥੋਂ ਹੋਰ ਕੋਈ ਸਿਚੁਏਸ਼ਨ ਹੋ ਗਈ।
ऐदा ही मतलब तमिलनाडु च कुछ होया, ऐदा ही केसी राव नाल कुछ होया। सो ये सारे सीन दे विच विरोधी धिरां दे विच भी एक डर पै गया। इत्थे विरोधी धिरां दा भाव सारियां नॉन बीजेपी, सारियां नॉन बीजेपी धिरां दे विच एक डर पै गया कि सब नूं खत्म किया जा रहा है। ते उस मजबूरी विच 5 साल तक एक हालात बने कि नहीं होर कोई साडा चारा नहीं, बचाओ इकट्ठे होण च। ते वो इकट्ठे होण दे विच बीजेपी दी मैनूं जो लग रहा है, मेरा एनालिसिस ये है कि बीजेपी दी रणनीति सोच विचार ये रही कि ये इकट्ठे हो नहीं पाउणगे। परंतु राहुल गांधी ने भारत जोड़ो यात्रा करके ते जिन्नियां भी जिमनी चोणां आईयां उन्हां दे विच रिजल्ट, चाहे वो एक दो कंस्टीट्यूएंसी दे आए, और रिजल्ट इदां आउंदे गए जिन्हां दी परसैप्शन ये बनदी गई कि कांग्रेस पहलां नालों बड़ी स्ट्रॉन्ग होई है। ਅਤੇ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਲੱਗਿਆ, ਇਹ ਤਾਂ ਨਹੀਂ ਜੇ ਡਿਫਾਈਨ ਹੋਇਆ ਕਿ ਪ੍ਰਧਾਨ ਮੰਤਰੀ ਕਾਂਗਰਸ ਦਾ ਹੋਏਗਾ, ਪਰ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਲੱਗਿਆ ਕਿ ਕਾਂਗਰਸ ਨੂੰ ਨਾਲ ਲਏ ਬਿਨਾ ਇੱਕ ਵੱਡਾ ਧੜਾ ਨਹੀਂ ਬਣੇਗਾ ਜਿਹੜਾ ਬੀਜੇਪੀ ਨੂੰ ਹਰਾ ਸਕਦਾ ਹੈ। ਤੇ ਇਹੀ ਪ੍ਰਚਾਰ ਬੀਜੇਪੀ ਨੇ ਕੀਤਾ ਸੀ ਕਿ ਕਾਂਗਰਸ ਤੋਂ ਬਿਨਾ ਜੇਕਰ ਇਹ ਤਿੰਨ ਧਿਰੀ ਲੜਾਈ ਰਹਿੰਦੀ ਹੈ ਤਾਂ ਸਾਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ। ਤੇ ਲੋਕਾਂ ਨੇ ਵੀ ਇਹ ਚੀਜ਼ 'ਚ ਵਿਸ਼ਵਾਸ ਕੀਤਾ ਸੀ ਕਿ ਜੇਕਰ ਇਹ ਤਿੰਨ ਧਿਰੀ ਲੜਾਈ ਰਹੀ ਤਾਂ ਬੀਜੇਪੀ ਨਹੀਂ ਹਾਰੇਗੀ। ਤੇ ਜਦੋਂ ਇਹ ਪਰਸੈਪਸ਼ਨ ਬਣ ਜਾਂਦੀ ਹੈ ਕਿ ਬੀਜੇਪੀ ਹਾਰੇਗੀ ਨਹੀਂ, ਤਦ 5-7% ਮੈਂ ਸਮਝਦਾ ਕਿ ਜਿਹੜਾ ਟਿਲਟਿੰਗ ਵੋਟ ਹੈ, ਵੇਵਰਿੰਗ ਵੋਟ ਹੈ, ਜਿਹੜਾ ਤੈਰ ਰਿਹਾ ਵੋਟ ਹੁੰਦਾ ਹੈ, ਉਹ ਵੋਟਰ ਹੈ ਜਿਹੜਾ ਉਹਦਾ ਝੁਕਾਅ ਜਿੱਤਣ ਵਾਲੀ ਪਾਰਟੀ ਵੱਲ ਰਹਿੰਦਾ ਹੈ। ਇਹ ਬੀਜੇਪੀ ਨੂੰ ਲੱਗਿਆ ਕਿ ਇਸ ਗੱਲ ਦਾ ਸਾਨੂੰ ਬੜਾ ਵੱਡਾ ਫਾਇਦਾ ਹੋਏਗਾ। परंतु इस समय दे विच जिवें ही आपोजिशन इकट्ठी हुई ते राहुल गांधी ने बीजेपी की सारी रणनीति मुद्दी मारती जदों उन्हें कहता कि मैं तो प्रधानमंत्री का उम्मीदवार ही नहीं, तो हमला किते करन। नीतीश कुमार कहता मैं प्रधानमंत्री का उम्मीदवार नहीं, ममता कहती मैं प्रधानमंत्री का उम्मीदवार नहीं, तो फिर इकट्ठे होने च मतलब नुकसान किते होया, लड़ाई किते हुई जिहड़ी बीजेपी ते लोग सोचते सी कि इत्थे ते प्रधानमंत्री की लड़ाई होएगी। ਹੁਣ ਇਸ ਕਰਕੇ ਹੋਇਆ ਕਿ ਕਾਂਗਰਸ ਨੇ ਇੱਕ ਨਵਾਂ ਜਿਹੜਾ ਆਪਣਾ ਪੈਂਤੜਾ ਦਿੱਤਾ, ਜਿਹੜਾ ਉਹਨਾਂ ਤੇ ਦੋਸ਼ ਲੱਗ ਰਿਹਾ ਸੀ। ਬੀਜੇਪੀ ਕੋਲ ਇੱਕੋ ਹੀ ਦੋਸ਼ ਸੀ, ਪਰਿਵਾਰਵਾਦ ਪਰਿਵਾਰਵਾਦ ਪਰਿਵਾਰਵਾਦ। ਉਹ ਪਰਿਵਾਰਵਾਦ ਦੇ ਵਿਰੁੱਧ ਵੀ ਉਹਨਾਂ ਨੇ ਪ੍ਰਧਾਨ ਹੀ ਆਪਣਾ ਇਹ ਜਿਹੇ ਸੈਕਸ਼ਨ ਜੋ ਬਣਾਇਆ ਜਿਹਨੇ ਹੋਰ ਵੀ ਪੋਜੀਸ਼ਨ ਕਰਨੀ ਕਰਤੀ। ਉਹਦੇ ਨਾਲ ਕਿਸੇ ਨਾ ਕਿਸੇ ਹੱਦ ਤੱਕ ਮੈਨੂੰ ਲੱਗਦਾ ਕਰਨਾਟਕਾ ਦੇ ਵਿੱਚ, ਉਹ ਕਰਨਾਟਕਾ ਦੇ ਸੀਗੇ ਪ੍ਰਧਾਨ ਇਹਨਾਂ ਦੇ ਖੜਗੇ ਸਾਹਿਬ, ਉਹ ਕਰਨਾਟਕਾ ਦੇ ਵਿੱਚ ਮਤਲਬ ਇੰਨੀ ਵਧੀਆ ਪਰਫਾਰਮੈਂਸ ਆਈ ਜਿਹਦੇ ਵਿੱਚ ਇਹ ਵੀ ਲੱਗਣ ਲੱਗ ਗਿਆ ਹੁਣ ਕਿ ਜੇਕਰ ਮਾਇਆਵਤੀ ਨੇ ਵਿਰੋਧੀ ਧਿਰ ਨਾਲ ਸਮਝੌਤਾ ਨਾ ਕੀਤਾ ਤਾਂ ਉਹਨਾਂ ਦੇ ਵੋਟ ਬੈਂਕ ਨੂੰ ਵੀ ਖੋਰਾ ਲੱਗੇਗਾ। ਨੋ ਡਾਊਟ ਜੇਕਰ ਉਹ ਨਾਲ ਆ ਜਾਂਦੇ ਨੇ ਤਾਂ ਇੰਡੀਆ ਬਹੁਤ ਹੀ ਤਾਕਤਵਰ ਬਣਦਾ, ਪਰ ਜੇ ਉਹ ਨਾਲ ਨਹੀਂ ਵੀ ਆਉਂਦੇ ਤਾਂ ਇਹ ਲੱਗਦਾ ਹੈ ਕਿ ਜਿਹੜਾ ਨੁਕਸਾਨ ਪਹਿਲਾਂ ਲੱਗਦਾ ਸੀ ਕਿ ਮਾਇਆਵਤੀ ਕਰਨਗੇ, ਹੁਣ ਇਹ ਲੱਗ ਰਿਹਾ ਵੀ ਸ਼ਾਇਦ ਉਹ ਨੁਕਸਾਨ ਉਹਨਾਂ ਨਾ ਹੋਵੇ। ਜਾਂ ਇਸ ਤੋਂ ਅੱਗੇ ਚੱਲ ਕੇ ਇਹ ਕਰ ਲਓ ਕਿ ਹੁਣ ਇਹ ਲੱਗਦਾ ਕਿ ਉਹਨਾਂ ਨੁਕਸਾਨ ਜੇ ਕਿਤੇ ਹੋਇਆ ਵੀ ਤਾਂ ਉਹ ਕੇਵਲ ਤੇ ਕੇਵਲ ਯੂਪੀ ਵਿੱਚ ਹੋ ਸਕਦਾ। ਪਿਛਲੇ ਸਮੇਂ 'ਚ ਮਾਇਆਵਤੀ ਤੇ ਆਪਣੇ ਜਿਹੜੀ ਸਮਾਜਵਾਦੀ ਪਾਰਟੀ ਇਕੱਠੇ ਹੋਏ ਸੀ, 73 ਸੀਟਾਂ ਤੋਂ 63 ਸੀਟਾਂ ਤੇ ਆ ਗਈ ਸੀ ਕਾਂਗਰਸ। ਪਰੰਤੂ ਇਸ ਵਾਰ ਜੇ ਉਹ ਤਿੰਨੇ ਇਕੱਠੇ ਹੋ ਜਾਂਦੇ ਨੇ ਤਾਂ ਜਿਹੜੇ ਵੀ ਵਿਸ਼ਲੇਸ਼ਕ ਨੇ ਉਹ ਸਾਰੇ ਕਹਿੰਦੇ ਨੇ ਵੀ ਹੋ ਸਕਦਾ ਹੈ ਉਹ 30 ਜਾਂ 40 ਸੀਟਾਂ ਤੇ ਆ ਜਾਏ ਬੀਜੇਪੀ। ਪਰ ਹਾਲ ਦੀ ਘੜੀ ਮਾਇਆਵਤੀ ਨੇ ਏਦਾਂ ਦਾ ਕੋਈ ਇਸ਼ਾਰਾ ਨਹੀਂ ਕੀਤਾ ਕਿ ਉਹ ਇਕੱਠੇ ਹੋ ਸਕਦੇ ਨੇ। ਪਰੰਤੂ ਜਿਵੇਂ ਬੀਜੇਪੀ ਨੇ ਸਾਰਿਆਂ ਦੇ ਉੱਤੇ ਈਡੀ ਤੇ ਸੀਬੀਆਈ ਦਾ ਦਾਅਵਾ ਪਾਇਆ ਹੋਇਆ ਸੀ, ਹਾਲੇ ਵੀ ਲੋਕਾਂ ਨੂੰ ਆਸ ਹੈ ਕਿ ਜਿਉਂ ਹੀ ਇਲੈਕਸ਼ਨ ਅਨਾਉਂਸ ਹੋਏਗੀ ਤੇ ਭੈਣ ਮਾਇਆਵਤੀ ਦਾ ਕੋਈ ਯਕੀਨ ਨਹੀਂ ਉਹ ਕੀ ਕਰਨਗੇ, ਕਿਹੜੇ ਪਾਸੇ ਜਾਣਗੇ। ਜਾਂ ਇਹ ਕਹਿ ਲਓ ਕਿ ਹਰ ਕੋਈ ਵਿਅਕਤੀ ਚਾਹੁੰਦਾ ਕਿ ਜੇ ਮੇਰੀ ਸਿਆਸੀ ਜ਼ਮੀਨ ਮੈਨੂੰ ਦੁਬਾਰਾ ਮਿਲਦੀ ਹੋਵੇ ਤਾਂ ਮੈਨੂੰ ਮਿਲ ਜਾਏ। ਸੋ ਇਸ ਸਿਚੁਏਸ਼ਨ ਦੇ ਵਿੱਚ ਜਿਉਂ ਹੀ ਇੰਡੀਆ ਇਕੱਠਾ ਹੋਇਆ ਤਾਂ ਉਹ ਇੰਡੀਆ ਦੇ ਆ ਜਿਹੜੀਆਂ ਜਿਮਨੀ ਇਲੈਕਸ਼ਨਾਂ ਨੇ ਇਹਦੇ ਵਿੱਚ ਜਿਹੜੇ ਰਿਜ਼ਲਟ ਆਏ ਉਹ ਉਤਸ਼ਾਹਪੂਰਨ ਆਏ, ਔਰ ਉਹਦੇ ਨਾਲ ਬੀਜੇਪੀ ਦੀ ਜਿਹੜੀ ਨੀਤੀ ਦੇ ਵਿੱਚ ਤਬਦੀਲੀ ਦਿਖਾਈ ਦੇ ਰਹੀ ਹੈ। ਉਹਨੇ ਇਹ ਸਾਬਤ ਕਰਤਾ ਕਿ ਬੀਜੇਪੀ ਉਹ ਜਿਹੜਾ INDIA ਇੰਡੀਆ ਜਿਹੜਾ ਧੜਾ ਬਣਿਆ ਜੀ, ਉਸ ਧੜੇ ਤੋਂ ਬੀਜੇਪੀ ਦੇ ਵਿੱਚ ਵੱਡੀ ਘਬਰਾਹਟ ਹੈ। ਸਿਰਫ ਇਹੀ ਨਹੀਂ ਕਿ ਉਹਨਾਂ ਦੀ ਜਿਹੜੀ ਜਿੱਤ ਹੈ
ਉਹ ਘੱਟ ਰਹਿ ਜਾਏਗੀ ਜਾਂ 300 ਸੀਟਾਂ ਤੋਂ ਨੀਚੇ ਆ ਜਾਣਗੇ ਉਹ। ਹੁਣ ਉਹਨਾਂ ਨੂੰ ਇਹ ਡਰ ਹੋ ਗਿਆ ਕਿ ਕਿਤੇ ਹਾਰ ਵੱਲ ਨਾ ਵੱਧ ਜਾਈਏ। ਕੱਲ ਪਰਸੋਂ ਮੈਂ ਇੱਕ ਵਿਸ਼ਲੇਸ਼ਣ ਦੇਖ ਰਿਹਾ ਸੀ ਕਿ ਜਿਹੜੀਆਂ ਮੇਨ ਸਟੇਟਸ ਨੇ ਜਿਨ੍ਹਾਂ ਨੂੰ ਆਪਾਂ ਹਿੰਦੀ ਬੈਲਟ ਗਿਣਦੇ ਆ ਇਨਕਲੂਡਿੰਗ ਮਹਾਰਾਸ਼ਟਰਾ, ਕਿ ਉਹਦੇ ਵਿੱਚ 250 ਸੀਟਾਂ ਦੇ ਵਿੱਚੋਂ 200 ਤੋਂ ਉੱਪਰ ਕੱਲੀ ਬੀਜੇਪੀ ਕੋਲ ਨੇ। ਉੱਥੇ ਜੇਕਰ ਔਰ ਉਹਨਾਂ ਸੀਟਾਂ ਦੇ ਵਿੱਚ ਕਾਂਗਰਸ ਦਾ ਧੜਾ ਤਕੜਾ ਹੈ, ਜੇਕਰ ਉਹ ਕਾਂਗਰਸ ਦਾ ਧੜਾ ਤਕੜਾ ਹੋ ਜਾਂਦਾ ਹੈ ਤੇ ਉਹ ਅੱਧ ਪਚੱਧ ਚ ਕਿਤੇ ਖੜ ਜਾਂਦਾ ਹੈ, ਤੀਜੇ ਹਿੱਸਾ ਸੀਟ ਵੀ ਲੈ ਜਾਂਦਾ ਹੈ, ਤਾਂ ਬੀਜੇਪੀ ਖਤਰੇ ਚ ਆ ਜਾਏਗੀ। ਇਸ ਕਰਕੇ ਸਥਿਤੀ ਏਦਾਂ ਦੀ ਬਣੀ ਹੈ ਜਿਹ ਚ ਲੋਕਾਂ ਨੂੰ ਇਹ ਲੱਗਣ ਲੱਗ ਗਿਆ, ਜਿਹੜਾ ਉਹ ਕਹਿੰਦੇ ਸੀ ਨਾ ਮੋਦੀ ਹੈ ਤਾਂ ਮੁਮਕਿਨ ਹੈ, ਹੁਣ ਉਹ ਨਹੀਂ ਕਿਹਾ ਜਾਂਦਾ। ਹੁਣ ਇਹ ਲੱਗਦਾ ਹੈ ਕਿ ਮੋਦੀ ਦੇ ਨਾਲ ਵੀ ਮੁਮਕਿਨ ਨਹੀਂ ਹੈ। ਉਹਦੇ ਨਾਲ ਕੁਦਰਤੀ ਸਮੇਂ ਤੇ ਹੋਇਆ, ਮਹਿੰਗਾਈ ਦੀ ਉਹ ਕੋਈ ਗੱਲ ਨਹੀਂ ਕਰਦੇ, ਜਿਹੜੇ ਮੌਕੇ ਦੇ ਮੁੱਦੇ ਨੇ ਉਹਨਾਂ ਤੇ ਬੀਜੇਪੀ ਕੋਈ ਗੱਲ ਨਹੀਂ ਕਰਦੀ। ਤੇ ਡੇਲੀ ਜਿਹੜਾ ਉਹ ਸੀ, ਕਦੀ ਪੱਪੂ ਕਹਿਤਾ, ਕਦੀ ਪ੍ਰਿੰਕਾ ਗਾਂਧੀ ਤੇ, ਕਦੀ ਸੋਨੀਆ ਗਾਂਧੀ ਤੇ, ਉਸ ਤਰ੍ਹਾਂ ਦੇ ਹਮਲੇ ਉਹਨਾਂ ਨੂੰ ਪੁੱਠੇ ਪੈਣ ਲੱਗੇ। ਕੱਲ ਤੇ ਜਮੇ ਕਮਾਲ ਹੋ ਗਈ ਇੱਥੋਂ ਤੱਕ ਕਿ RSS ਦੇ ਮੁਖੀ ਨੇ, ਜਿਹੜੇ ਰੋਜ਼ ਕਹਿੰਦੇ ਸੀ ਕਿ ਜਿਹੜਾ ਬ੍ਰਾਹਮਣਵਾਦੀ ਕਲਚਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਸੀ, ਮਨੂ ਸਮ੍ਰਿਤੀ ਦੀ ਗੱਲ ਕਰਦੇ ਸੀ, ਉਹਨਾਂ ਨੂੰ ਵੀ ਇਹ ਕਹਿਣਾ ਪਿਆ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਆਰਕਸ਼ਣ ਹੈ ਦਲਿਤ ਲੋਕਾਂ ਲਈ ਉਹ ਲਾਗੂ ਰੱਖਣਾ ਚਾਹੀਦਾ ਹੈ। ਉੱਥੋਂ ਬਿਲਕੁਲ ਇਹ ਕਲੀਅਰ ਸੰਕੇਤ ਮਿਲਦੇ ਨੇ ਕਿ ਬੀਜੇਪੀ ਦੇ ਵਿੱਚ ਤੇ RSS ਦੇ ਵਿੱਚ ਇੱਕ ਬਖਲਾਹਟ ਹੈ, ਇੱਕ ਡਰ ਹੈ। ਉਹ ਡਰ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਜਿਵੇਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਇੱਕ ਵਾਰੀ ਉਹਨਾਂ ਦੇ ਜਿਹੜੇ ਪੈਂਤੜੇ ਨੇ ਪੁੱਠੇ ਪੈ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਰਣਨੀਤੀ ਹੈ ਉਹ ਸਾਰੀ ਦੁਬਾਰ ਤੋਂ ਬਣਾਉਣੀ ਪੈਣੀ ਹੈ। ਜਿਹੜੀਆਂ ਸਟੇਟਾਂ 'ਚ ਉਹਨਾਂ ਨੇ ਸਰਕਾਰਾਂ ਬਣਾਈਆਂ, ਚਾਹੇ ਉਹ ਮਹਾਰਾਸ਼ਟਰਾ ਹੋਵੇ, ਚਾਹੇ ਉਹ ਮੱਧ ਪ੍ਰਦੇਸ਼ ਹੋਵੇ, ਉੱਥੇ ਬੀਜੇਪੀ ਦੇ ਵਿੱਚ ਬਗਾਵਤ ਹੋ ਗਈ। ਕਾਂਗਰਸ ਦੇ ਵਿੱਚ ਪਿਛਲੇ 5 ਸਾਲ ਬਗਾਵਤ ਹੋਈ ਸੀ, ਕਈ ਧੜੇ ਸੀ, ਉਹ ਧੜੇ ਆਪੋ ਆਪਣੀ ਥਾਂ ਤੇ ਜਾ ਕੇ ਸੈਟਲ ਹੋ ਗਏ, ਨੁਕਸਾਨ ਝੱਲਣਾ ਪਿਆ ਕਾਂਗਰਸ ਨੂੰ। ਪਰ ਇਸ ਵਾਰ ਲੱਗ ਰਿਹਾ ਕਿ ਉਹ ਜਿਹੜਾ ਨੁਕਸਾਨ ਹੈ ਉਹ ਬਿਲਕੁਲ ਇਹਨੂੰ ਹੋਏਗਾ ਬੀਜੇਪੀ ਨੂੰ। ਇਸ ਤੋਂ ਬਿਨਾ ਜਿਹੜਾ ਕੋਰਟ ਦੇ ਵਿੱਚ ਸਾਡੇ ਕਿ ਜਸਟਿਸ ਏਦਾਂ ਦੇ ਆਏ ਜਿੰਨਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਧੜੱਲੇਦਾਰ ਵੀ ਨੇ ਤੇ ਇਮਾਨਦਾਰ ਵੀ ਨੇ, ਤੇ ਉਹਨਾਂ ਕੋਲ ਪੀਰੀਅਡ ਵੀ ਸਾਲ ਤੋਂ ਵੱਧ ਹੈ, 1.5 ਸਾਲ ਤੋਂ ਵੱਧ ਹੈ। ਜਾਣੀ ਕਿ 24 ਦੀ ਇਲੈਕਸ਼ਨਾਂ ਤੋਂ ਅੱਗੇ ਜਿਹੜੇ ਕੁਦਰਤੀ ਜੱਜ ਸਾਹਿਬ ਏਦਾਂ ਆਉਂਦੇ ਰਹੇ ਕਿ ਉਹਨਾਂ ਕੋਲ ਪੀਰੀਅਡ 6 ਮਹੀਨੇ ਮਿਲਦਾ ਸੀ। ਇਹਨਾਂ ਨੂੰ ਸਮਾਂ ਲੰਬਾ ਮਿਲਣ ਕਰਕੇ ਔਰ ਇਹਨਾਂ ਨੇ ਦਮ ਵੀ ਦਿਖਾਇਆ ਹੈ, ਸੰਵਿਧਾਨ ਦੀ ਰਾਖੀ ਲਈ ਉਹਨਾਂ ਨੇ ਸਟੈਂਡ ਵੀ ਲਿਆ ਹੈ। ਉਹਦੇ ਵਿੱਚ ਬੀਜੇਪੀ ਨੂੰ ਪੈਂਤੜੇ ਪੁੱਠੇ ਪੈ ਗਏ। ਜਿਹੜਾ ED ਦਾ ਡਾਇਰੈਕਟਰ ਸੀ, ਕੱਲ ਪਰਸੋਂ ਹੀ ਉਹਦੀ ਮਿਆਦ ਖਤਮ ਹੋਣ ਵਾਲੀ ਹੈ, 15 ਤਰੀਕ ਆ ਗਈ। ਉਹਦੇ ਵਿੱਚ ਇੰਨੀ ਹਾਈਪ ਕ੍ਰੀਏਟ ਕੀਤੀ ਕਿ ED ਡਾਇਰੈਕਟਰ ਤਾਂ ਜਿਵੇਂ ਐਂ ਲੱਗਦਾ ਸੀ ਵੀ ਉਹ ਤਾਂ ਪ੍ਰਧਾਨ ਮੰਤਰੀ ਤੋਂ ਵੀ ਵੱਡੀ ਚੀਜ਼ ਹੈ, ਵੀ ਉਹ ਤਾਂ ਜਿਹੜੇ ਮਰਜ਼ੀ ਮੁੱਖ ਮੰਤਰੀ ਨੂੰ ਅੰਦਰ ਕਰ ਸਕਦਾ ਹੈ। ਪਰੰਤੂ ਜਦੋਂ ਉਹਦੇ ਬਾਰੇ ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਜਿਹੜੀ ਇਹਦੀ ਨਿਯੁਕਤੀ ਹੈ ਇਹ ਗੈਰ ਸੰਵਿਧਾਨਕ ਹੈ, ਗੈਰ ਕਾਨੂੰਨੀ ਹੈ, ਉਹਦੇ ਵਿੱਚ ਮੂੰਹ ਦੀ ਖਾਣੀ ਪਈ। ਸੋ ਇੱਕ ਤੋਂ ਵੱਧ ਸਿਚੁਏਸ਼ਨ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਹਾਂ ਨਾ, ਇੱਕ ਕੁਦਰਤ ਦਾ ਸਿਧਾਂਤ ਹੈ, ਕਹਿੰਦੇ ਜਦੋਂ ਮੁਸੀਬਤਾਂ ਹੁੰਦੀਆਂ ਨੇ ਨਾ ਉਦੋਂ ਮੁਸੀਬਤਾਂ ਦਾ ਢੇਰ ਆਉਂਦਾ, ਮੁਸੀਬਤ ਇਕੱਲੀ ਨਹੀਂ ਆਉਂਦੀ ਹੁੰਦੀ। ਸੋ ਇਸ ਕਰਕੇ ਹੁਣ ਇਹ ਲੱਗ ਰਿਹਾ ਹੈ ਕਿ ਬੀਜੇਪੀ ਦੇ ਵਿੱਚ 10 ਸਾਲਾਂ ਦੀ ਜਿਹੜੀ ਐਂਟੀ ਇਨਕੰਬੈਂਸੀ ਕਹਿੰਦੇ ਆਪਾਂ, ਵਿਰੋਧੀ ਲਹਿਰ ਹੈ, ਉਹ ਦਿਖਾਈ ਦੇ ਰਹੀ ਹੈ। ਤੇ ਉਹਨਾਂ ਨੇ ਆਪਣੇ ਆਪ ਨੂੰ ਬਿਲਟ ਇਨ ਕਰ ਲਿਆ ਕਿ ਸਿਰਫ ਤੇ ਸਿਰਫ ਮੋਦੀ ਤੋਂ ਬਿਨਾਂ ਹੋਰ ਕੋਈ ਲੀਡਰ ਨਹੀਂ ਹੈ। ਸੋ ਉਸ ਕਰਕੇ ਇਹ ਲੱਗ ਰਿਹਾ ਹੈ ਕਿ RSS ਤੇ ਬੀਜੇਪੀ ਦੇ ਵੱਡੇ ਲੀਡਰ ਉਹ ਕਿਤੇ ਨਾ ਕਿਤੇ ਹੁਣ ਇਹ ਸਮਝ ਪਾ ਰਹੇ ਨੇ ਕਿ ਹੁਣ ਕੀ ਕਰੀਏ। ਜਿਹੜੇ ਤੇ ਮੋਦੀ ਵਿਰੋਧੀ ਨੇ ਉਹ ਤਾਂ ਕਹਿੰਦੇ ਵੀ ਹੁਣ ਵੀ ਮੋਦੀ ਜ਼ਿੰਮੇਵਾਰੀ ਲੈਣ, ਜੇ ਹਾਰ ਦੀ ਵੀ ਜ਼ਿੰਮੇਵਾਰੀ ਉਹ ਲੈਣ ਫਿਰ। ਪਰੰਤੂ ਦੂਜਿਆਂ ਨੂੰ ਲੱਗ ਰਿਹਾ ਵੀ ਹੁਣ ਕਿਸੇ ਤਰ੍ਹਾਂ ਇਹ ਸਿਚੁਏਸ਼ਨ ਚੋਂ ਨਿਕਲਿਆ ਜਾਵੇ। ਪਰ ਲੱਗ ਇਹ ਰਿਹਾ, ਪਰਸੈਪਸ਼ਨ ਇਹ ਬਣ ਰਹੀ ਹੈ ਕਿ ਕਾਂਟੇ ਦੀ ਟੱਕਰ ਹੋਗੀ ਬੀਜੇਪੀ ਲਈ। 24 ਦੀ ਇਲੈਕਸ਼ਨ ਜਿੱਤਣੀ ਸੌਖੀ ਨਹੀਂ ਹੈ। ਉਹਦੇ ਕਾਰਨ ਦੋ ਨੇ ਕਿ ਪਹਿਲਾਂ ਕਾਂਗਰਸ ਵੀ ਪਿਛਲੀ ਇਲੈਕਸ਼ਨ ਦੇ ਵਿੱਚ ਜਦੋਂ UP ਦੀ ਇਲੈਕਸ਼ਨ ਹਾਰੀ ਹੈ ਬੀਜੇਪੀ ਨੇ ਅਸੈਂਬਲੀ ਦੀ, ਉਦੋਂ ਇਹ ਲੱਗਿਆ ਕਿ ਕਾਂਗਰਸ ਕਿਸੇ ਦਬਾਅ ਥੱਲੇ, ਚਾਹੇ ਉਹ ਬੀਜੇਪੀ ਦਾ ਦਬਾਅ ਸੀ, ਚਾਹੇ ED CBI ਦਾ ਦਬਾਅ ਸੀ, ਵੀ ਜਿਵੇਂ ਇਲੈਕਸ਼ਨ ਲੜਨ ਦੀ ਫਾਰਮੈਲਿਟੀ ਕਰ ਰਹੀ ਹੈ, ਇਲੈਕਸ਼ਨ ਲੜ ਨਹੀਂ ਰਹੀ ਜੀ। ਹੁਣ ਜਿਹੜਾ ਨਵਾਂ ਨਾਰਾ ਇਹ ਆਇਆ ਹੈ, ਜੋ ਲੜੇਗਾ ਉਹ ਜੀਤੇਗਾ। ਔਰ ਆਪੋਜੀਸ਼ਨ ਨੇ ਰਲ ਕੇ ਅਤੇ ਕਾਂਗਰਸ ਨੇ ਉਹਨਾਂ ਦੇ ਵਿੱਚ ਲੀਡ ਲੈ ਕੇ ਆਪਦੇ ਸਵਾਰਥ ਛੱਡੇ ਨੇ। ਇਹ ਕਲੀਅਰ ਕੀਤਾ ਹੈ ਕਿ ਅਸੀਂ
ਧੜੇਬੰਦੀ ਤੋਂ ਉੱਪਰ ਉੱਠ ਕੇ ਇੱਕ ਵਾਰੀ ਮਤਲਬ ਉਹਨਾਂ ਵੱਲੋਂ ਸਾਰੀਆਂ ਜਿਹੜੀਆਂ ਇਹ ਧਿਰਾਂ ਜੁੜੀਆਂ ਨੇ ਇੰਡੀਆ 'ਚ, ਹਾਲ ਦੀ ਘੜੀ ਉਹਨਾਂ ਸਭ ਦਾ ਨਾਰਾ ਇਹ ਹੈ ਕਿ ਬੀਜੇਪੀ ਹਟਾਓ। ਇਹ ਨਾਰਾ ਨਹੀਂ ਹੈ ਵੀ ਕਿਹਨੂੰ ਬਣਾਓ, ਮਤਲਬ ਨਾਰਾ ਇਹ ਹੈ ਕਿ ਬੀਜੇਪੀ ਹਟਾਓ। ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਉਹ ਜਿਹੜਾ ਧੜਾ ਦਿਨੋਂ ਦਿਨ ਉਹਦੀ ਪਪੂਲੈਰਿਟੀ ਲੋਕਾਂ ਵਿੱਚ ਹਰਮਨ ਪਿਆਰਾ ਜ਼ਿਆਦਾ ਹੁੰਦਾ ਜਾ ਰਿਹਾ ਹੈ। ਉਹਦਾ ਕਾਰਨ 10 ਸਾਲ ਦੀ ਐਂਟੀ ਇਨਕੰਬੈਂਸੀ ਤੇ ਬੀਜੇਪੀ ਦੇ ਜਿਹੜੇ ਝੂਠੇ ਵਾਅਦੇ, ਜਿੰਨਾ ਚਿਰ ਲੋਕਾਂ ਨੂੰ ਇਹ ਲੱਗਦਾ ਹੁੰਦਾ ਹੈ ਭੱਗੂ ਸਾਹਿਬ ਕਿ ਇਹ ਪਾਰਟੀ ਹਾਰਨੀ ਨਹੀਂ, ਉਹਨਾਂ ਚਿਰ ਲੋਕ ਦੇਖ ਕੇ ਬੋਲਦੇ ਨੇ ਵੀ ਇਹਦੇ ਖਿਲਾਫ ਬੋਲਿਆ ਜਾਵੇ ਕਿ ਨਹੀਂ। ਜਦੋਂ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਹਾਰ ਵੀ ਸਕਦੀ ਹੈ, ਉਦੋਂ ਬਹੁਤ ਸਾਰੇ ਲੋਕ ਦਲ ਬਦਲੀਆਂ ਕਰਕੇ ਜਿਹੜੀ ਪਾਰਟੀ ਚੜ੍ਹਦੇ ਸੂਰਜ ਨੂੰ ਸਲਾਮ ਵਾਲੀ ਗੱਲ ਜਿਹੜੀ ਰਾਈਜ਼ ਵਿੱਚ ਜਾ ਰਹੀ ਹੁੰਦੀ ਹੈ ਉਧਰ ਨੂੰ ਆ ਜਾਂਦੇ ਨੇ। ਤੇ ਇਹ ਕੁਛ ਦਿਖਾਈ ਦੇਣਾ ਸ਼ੁਰੂ ਕੀਤਾ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਹੈ। ਬਾਕੀ ਆਉਣ ਵਾਲਾ ਸਮਾਂ ਦੱਸਦਾ ਜੀ। ਯਾਨੀ ਕਿ ਧਾਲੀਵਾਲ ਸਾਹਿਬ ਯਾਨੀ ਕਿ ਜਿਸ ਤਰੀਕੇ ਦੇ ਨਾਲ 14 ਤੋਂ ਬਾਅਦ 19 ਵਾਲੀ ਇਲੈਕਸ਼ਨ ਇਸ ਹੌਸਲੇ ਦੇ ਨਾਲ ਬੀਜੇਪੀ ਨੇ ਲੜੀ ਸੀ, 19 ਤੋਂ ਬਾਅਦ 24 ਦੇ ਵਿੱਚ ਹੁਣ ਉਹ ਹੌਸਲਾ ਨਹੀਂ ਹੈਗਾ। ਘੱਟੋ ਘੱਟ ਉਸ ਰਣਨੀਤੀ ਨਾਲ ਨਹੀਂ ਲੜੀ ਜਾਵੇਗੀ। ਹੁਣ ਕੀ ਹੈ ਨਾ, ਚਾਹੇ ਉਹ ਸਤਿਆਪਾਲ ਮਲਿਕ ਜੀ ਹੋਣ, ਚਾਹੇ ਵਿਰੋਧੀ ਧਿਰ ਹੋਵੇ, ਉਹਨਾਂ ਨੇ ਇਹ ਚੀਜ਼ ਪਹਿਲਾਂ ਹੀ ਸਾਫ਼ ਕਰ ਦਿੱਤੀ ਹੈ ਕਿ ਪੁਲਵਾਮਾ ਵਰਗਾ ਕੁਝ ਹੋ ਸਕਦਾ ਹੈ, ਮੰਦਰ ਦੇ ਵਿੱਚ ਅਟੈਕ ਹੋ ਸਕਦਾ ਹੈ, ਕਿ ਇਹ ਜਾਣ-ਬੁੱਝ ਕੇ ਕਰਵਾਇਆ ਸਕਦਾ ਹੈ, ਜਿਹਦੇ ਨਾਲ ਜੇ ਇਹੀ ਜੀ ਗੱਲ ਹੁਣ ਹੋਗੀ, ਕੁਦਰਤੀ ਵੀ ਹੋ ਜਾਵੇ, ਤਾਂ ਵੀ ਲੋਕਾਂ ਵੱਲੋਂ ਇਹ ਦੋਸ਼ ਲੱਗੇਗਾ ਕਿ ਨਹੀਂ ਜੀ ਇਹ ਜਾਣ-ਬੁੱਝ ਕੇ ਕਰਵਾਇਆ ਗਿਆ। ਸੋ ਇਸ ਕਰਕੇ ਨਾ ਤੇ ਹੁਣ ਉਹ ਪੈਂਤੜਾ ਨਹੀਂ ਰਿਹਾ ਕਿ ਕੱਲੀ ਵਿਰੋਧੀ ਧਿਰ ਦੇ ਖਿਲਾਫ ਬੋਲ ਕੇ ਕੰਮ ਚੱਲ ਜੇ, ਜੋ 14 ਤੇ 19 ਦੇ ਵਿੱਚ ਤਾਂ ਇਸੇ ਨਾਲ ਕੰਮ ਚੱਲਿਆ ਨਾ। ਬੀਜੇਪੀ ਦੀ ਆਪਣੀ ਪਰਫਾਰਮੈਂਸ ਤੇ ਕੋਈ ਗੱਲ ਨਹੀਂ ਹੋਈ, ਇਸੇ ਤੇ ਗੱਲ ਚੱਲਿਆ। ਕੁਦਰਤੀ ਇਹ ਹੋ ਗਿਆ ਕਿ ਜਿਹੜਾ J&K ਵਾਲਾ ਉਹ ਕਾਂਡ ਹੋ ਗਿਆ, ਉਹ ਕਾਂਡ ਦੇ ਵਿੱਚ ਸਰਕਾਰ ਨੇ ਉਹਨੂੰ ਬਣਾ ਲਿਆ। ਮਾੜਾ ਜਾਂ ਕਿਤੇ ਵਿਰੋਧੀ ਧਿਰ ਨੇ ਕਿਹਾ ਵੀ ਇਹਦੀ ਜਾਂਚ ਕਰਾਓ, ਉਹ ਕਹਿੰਦੇ ਜੀ ਇਹ ਤਾਂ ਰਾਸ਼ਟਰਵਾਦ ਦੇ ਉਲਟ ਕੰਮ ਹੈ, ਇਹ ਤਾਂ ਦੇਸ਼ ਧਰੋਹੀ ਨੇ, ਉਹਦੇ ਵਿੱਚ ਉਹਨਾਂ ਨੂੰ ਦਬਣਾ ਪੈ ਗਿਆ। ਪਰੰਤੂ ਹੁਣ ਉਸ ਪੈਂਤੜੇ ਤੋਂ ਸਾਰੀ ਆਪੋਜੀਸ਼ਨ ਬਾਹਰ ਆ ਗਈ ਤੇ ਸਾਰੀ ਆਪੋਜੀਸ਼ਨ ਚੇਤਨ ਹੋ ਗਈ ਕਿ ਕਿਹੜਾ ਬਿਆਨ ਦੇਣਾ ਹੈ, ਕਿਹੜਾ ਨਹੀਂ ਦੇਣਾ। ਜਿਹੜਾ ਉੱਥੋਂ ਦੇ ਇੱਕ ਤੁਸੀਂ ਦੇਖਿਆ ਹੋਏਗਾ ਨਾ, ਤਮਿਲਨਾਡੂ ਦੇ ਇੱਕ ਮੰਤਰੀ ਨੇ, ਸੀਨੀਅਰ ਨੇਤਾ ਨੇ ਇੱਕ ਬਿਆਨ ਦਿੱਤਾ ਸੀ ਰਿਜ਼ਰਵੇਸ਼ਨ ਤੇ, ਬੀਜੇਪੀ ਨੇ ਉਹਨੂੰ 2 ਦਿਨ ਬੜਾ ਚੱਕਿਆ, ਪਰੰਤੂ ਉਹਨੂੰ ਰਿਸਪਾਂਸ ਨਹੀਂ ਮਿਲਿਆ। ਹੁਣ ਉਹ ਤੋਂ ਬੀਜੇਪੀ ਵੀ ਬੈਕ ਹੋ ਗਈ ਵੀ ਨਹੀਂ ਛੱਡੋ, ਇਹ ਕੋਈ ਬੜਾ ਵੱਡਾ ਮਸਲਾ ਨਹੀਂ ਹੈ ਜੀ। ਬਿਲਕੁਲ, ਉਹ ਵੀ ਮਤਲਬ ਉਸ ਤਰ੍ਹਾਂ ਦੀ ਗੱਲ ਕਰਨ ਲੱਗ ਗਏ। ਸੋ ਇਹਦੇ ਵਿੱਚ ਬ੍ਰਾਹਮਣਵਾਦ ਤੋਂ ਜਿਹੜੀ ਬੀਜੇਪੀ ਭੱਜ ਰਹੀ ਹੈ, ਜਿਹੜੀ ਉਹਨਾਂ ਦਾ ਕੋਰ ਏਜੰਡਾ ਸੀ, ਇਹਦਾ ਮਤਲਬ ਇਹ ਹੈ ਕਿ ਉੱਥੇ ਉਹਨਾਂ ਨੂੰ ਲੱਗਿਆ ਕਿ ਇਸ ਰਣਨੀਤੀ ਨਾਲ ਹੁਣ ਕੰਮ ਨਹੀਂ ਚੱਲਣਾ, ਕਿਉਂਕਿ ਵਿਰੋਧੀ ਧਿਰ ਨੇ ਜਿਹੜਾ ਯੂਪੀ ਵਾਲਾ ਪੈਂਤੜਾ ਅਖਿਲੇਸ਼ ਦਾ, ਇਹ ਦਲਿਤ, ਮੁਸਲਿਮ ਤੇ ਪਛੜੇ, ਇਹਨਾਂ ਤਿੰਨਾਂ ਨੂੰ ਇਕੱਠੇ ਕਰੋ। ਹੁਣ ਆਪਾਂ ਜਾਤੀਵਾਦ ਦੀ ਤੇ ਧਰਮ ਦੀ ਜਿਹੜੀ ਸਿਆਸਤ ਹੈ ਉਹਨੂੰ ਟਾਕਰਾ ਦੇਣ ਲਈ ਜਿਹੜਾ ਸਮਾਜਿਕ ਨਿਆਂ ਅਸੀਂ ਕਹਿੰਦੇ ਆ, ਮੰਡਲ ਕਮੰਡਲ ਜਿਹੜਾ ਕਦੇ ਚੱਲਿਆ ਸੀ, ਕਿ ਉਹਦੇ ਸਹਾਰੇ ਇਹਨਾਂ ਨਾਲ ਟਾਕਰਾ ਲਿਆ ਜਾਵੇ। ਔਰ ਉਹ 'ਚ ਮੈਨੂੰ ਲੱਗ ਰਿਹਾ ਕਿ ਬੀਜੇਪੀ ਪਛੜਦੀ ਦਿਖਾਈ ਦੇ ਰਹੀ ਹੈ। ਦੂਜੇ ਪਾਸੇ ਇਹ ਸੱਚ ਹੈ ਕਿ ਰਾਹੁਲ ਗਾਂਧੀ ਬਹੁਤ ਮਿਹਨਤ ਕਰ ਰਹੇ ਨੇ। ਹੁਣ ਮੈਨੂੰ ਨਹੀਂ ਪਤਾ ਉਹਨਾਂ ਦੇ ਸਲਾਹਕਾਰ ਕੌਣ ਨੇ, ਰਣਨੀਤੀਕਾਰ ਕੌਣ ਨੇ, ਤੇ ਉਹਦੇ ਨਾਲ ਜਿਹੜਾ ਵੀ ਇੰਡੀਆ ਅਲਾਇੰਸ ਦਾ ਪਾਰਟ ਹੈ ਉਹਦੇ ਵਿੱਚੋਂ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਨਾਲ ਅਜੇ ਲੱਗ ਰਿਹਾ ਹੈ ਵੀ ਉਹਨਾਂ ਨਾਲ ਪੂਰੀ ਤਰ੍ਹਾਂ ਸੈਟਲ ਨਹੀਂ ਹੋਇਆ। ਬਾਕੀ ਇਹ ਲੱਗ ਰਿਹਾ ਕਿ ਬਾਕੀ ਸਾਰੀਆਂ ਧਿਰਾਂ ਨਾਲ ਪੂਰੀ ਤਰ੍ਹਾਂ ਸੈਟਲ ਲੱਗਦਾ ਕੰਮ ਸਾਰਾ। ਹੋ ਸਕਦਾ ਕਮਿਊਨਿਸਟਾਂ ਦਾ ਤੇ ਮਮਤਾ ਦਾ ਕੋਈ ਪ੍ਰੋਬਲਮ ਬੰਗਾਲ 'ਚ ਆ ਜਾਵੇ, ਅਦਰਵਾਈਜ਼ ਹੋਰ ਕਿਸੇ ਸਟੇਟ 'ਚ ਕੋਈ ਪ੍ਰੋਬਲਮ ਨਹੀਂ ਲੱਗਦੀ। ਕਾਂਗਰਸ ਨਾਲ ਮਮਤਾ ਦੀ ਕੋਈ ਪ੍ਰੋਬਲਮ ਨਹੀਂ ਲੱਗਦੀ। ਹੁਣ ਇਹ ਲੱਗਦਾ ਹੈ ਕਿ ਉਸ ਲੈਵਲ ਤੇ ਉਹਨਾਂ ਦਾ ਸਾਰਾ ਕੁਝ ਸੈਟਲ ਹੁੰਦਾ ਦਿਖਾਈ ਦੇ ਰਿਹਾ, ਔਰ ਦਿਨੋਂ ਦਿਨ ਉਹ ਉੱਪਰ ਨੂੰ ਗ੍ਰਾਫ ਉਹਨਾਂ ਦਾ ਉੱਪਰ ਉੱਠ ਰਿਹਾ, ਇਹ ਦਿਖਾਈ ਦੇ ਰਿਹਾ ਜੀ। ਬਿਲਕੁਲ। ਸੋ ਧਾਲੀਵਾਲ ਸਾਹਿਬ, ਗੱਲ ਤਾਂ ਆਹੀ ਹੈ ਕਿ ਬੀਜੇਪੀ ਜ਼ਰੂਰ ਕਿਤੇ ਨਾ ਕਿਤੇ ਥੋੜਾ ਬਹੁਤਾ ਇਨਸਿਕਿਉਰ ਫੀਲ ਕਰ ਰਹੀ ਹੈ। ਵਿਰੋਧੀ ਧਿਰ ਦਾ ਜਿਹੜਾ ਇੱਕ ਉਹ ਪੈਟਰਨ ਹੈਗਾ ਇੰਡੀਆ ਨਾਲ ਫੀਲ ਨਹੀਂ ਕਰ ਰਹੀ। ਮੈਂ ਇਹ ਕਹਿਣਾ ਕਿ ਜਿਹੜੇ ਉਹ ਸੰਕੇਤ ਦੇ ਰਹੀ ਹੈ ਨਾ, ਉਹਨਾਂ ਤੋਂ ਪ੍ਰਮਾਣ ਲੱਗਦਾ ਹੈ ਕਿ ਮਤਲਬ ਅਸੀਂ ਕਈ ਵਾਰੀ ਜਿਹੜੀ ਘਬਰਾਹਟ ਦਿਖਾਈ ਦਿੰਦੀ ਹੈ ਨਾ, ਜਦੋਂ ਘਬਰਾਹਟ ਵਿਅਕਤੀ 'ਚ ਦਿਖਾਈ ਦਿੰਦੀ ਹੈ, ਉਹਦੇ ਵਿੱਚੋਂ ਦਿਖਦਾ ਹੈ ਕਿ ਇਹਦਾ ਹੌਸਲਾ ਢਿਆ ਹੋਇਆ ਹੈ, ਜਿਵੇਂ ਪਹਿਲਾਂ ਕਾਂਗਰਸ ਦਾ ਹੁੰਦਾ ਸੀ। ਹੁਣ ਉਹਨਾਂ ਦਾ ਤੁਸੀਂ ਦੇਖੋ ਨਾ, ਕਾਂਗਰਸ ਦੀ ਜਿਹੜੀ ਡੇਲੀ ਪ੍ਰੈਸ ਕਾਨਫਰੰਸ ਹੁੰਦੀ ਹੈ, G20 ਦੇ ਖਿਲਾਫ ਉਹਨਾਂ ਨੇ ਐਡਾ ਸੋਹਣਾ ਨਾਂ ਦਿੱਤਾ ਹੈ,
LG 420 ਹੂੰ ਜੰਮੂ ਕਸ਼ਮੀਰ ਦੇ ਗਵਰਨਰ ਦਾ ਉਹਨਾਂ ਨੇ ਕਰੋੜਾਂ ਦਾ ਸਕੈਂਡਲ, ਮਤਲਬ ਜਿਹੜਾ ਕਾਂਗਰਸ ਦੇ ਖਿਲਾਫ ਇੱਕ ਦੋਸ਼ ਚੱਲਦਾ ਰਿਹਾ 4G ਕੋਲ ਜੀ ਪਤਾ ਨਹੀਂ ਕਿਹੜੇ ਕਿਹੜੇ ਜੀ, ਉਹ ਸਾਰੇ ਹੁਣ ਇੱਧਰ ਆ ਗਏ। ਇੱਕ ਜਿਹੜੀ ਬੜੀ ਵੱਡੀ ਇਮੇਜ ਬਣਾਈ ਸੀ ਕਿ ਇੰਨੇ ਟ੍ਰਿਲੀਅਨ ਦੀ ਇਕਨੋਮੀ ਤੇ ਅਸੀਂ ਦੇਖੋ ਜੀ G20 ਦੀ ਪ੍ਰਧਾਨਗੀ ਸਾਡੇ ਕੋਲ ਆ ਗਈ, ਅਸੀਂ ਉਹਨੂੰ ਇਹ ਕਰ ਰਹੇ ਹਾਂ ਉਹ ਕਰ ਰਹੇ ਹਾਂ, ਉਹਦੇ ਵਿੱਚ ਜਿਸ ਕਿਸਮ ਦੀ ਮਿਲਣੀ ਚਾਹੀਦੀ ਸੀ ਸ਼ੋਹਰਤ, ਉਹਦੇ ਵਿੱਚ ਪਹਿਲੀਆਂ ਦੋਨੇ ਗੱਲਾਂ ਨੇ। ਬੜਾ ਮੈਨੂੰ ਇਹ ਲੱਗਦਾ ਕਿ ਉਹ ਜਿਹੜਾ ਲੱਗਦਾ ਸੀ ਕਿ ਇੰਨਾ ਸਾਨੂੰ ਇਹਦੀ ਫੇਮ ਮਿਲੇਗੀ, ਉਹ ਫੇਮ ਨਹੀਂ ਮਿਲੀ। ਜਿਉਂ ਹੀ ਜੋ ਬਾਰਡਰ ਨੇ ਜਾ ਕੇ ਉੱਥੇ ਜਾ ਕੇ ਸਟੇਟਮੈਂਟ ਦਿੱਤੀ, ਉਹਦਾ ਇਹ ਅਰਥ ਕੱਢਿਆ ਗਿਆ ਕਿ ਉੱਥੇ ਪ੍ਰੈਸ ਕਾਨਫਰੰਸ ਕਰਨ ਨਹੀਂ ਦਿੱਤੀ ਮੈਨੂੰ। ਇੱਕ ਪਾਸੇ ਅਸੀਂ ਕਹਿੰਦੇ ਕਿ ਪ੍ਰੈਸ ਦੀ ਆਜ਼ਾਦੀ, ਤੇ ਜਿਉਂ ਹੀ ਜਿਵੇਂ ਕੈਨੇਡਾ ਵਾਲੇ ਪ੍ਰਧਾਨ ਮੰਤਰੀ ਦਾ ਆ ਗਿਆ ਕਿ ਉੱਥੋਂ ਦੀਆਂ ਬਹੁਤ ਸਾਰੀਆਂ ਏਜੰਸੀਆਂ ਨੇ ਉਹਨੂੰ ਲਾਹਣਤਾਂ ਪਾਈਆਂ ਵੀ ਤੂੰ ਕੀ ਲੈਣ ਗਿਆ ਸੀ ਉੱਥੇ, ਤੂੰ ਆਪਣੀ ਬੇਇੱਜ਼ਤੀ ਕਰਾ ਕੇ ਆਇਆ। ਸੋ ਉਸ ਕਿਸਮ ਨਾਲ ਮੋਦੀ ਜੀ ਨੂੰ ਜਿਹੜੀ ਪਹਿਲਾਂ ਤਾਂ ਬਹੁਤ ਸਾਰੇ ਨੇਤਾ ਆਏ ਨਹੀਂ, ਸਪੈਸ਼ਲੀ ਚੀਨ ਵਾਲੇ ਜਿਹੜੇ, ਉਹ ਬਹੁਤ ਸਾਰੇ ਨੇਤਾ ਜਿਹੜੇ ਆਏ ਨਹੀਂ, ਉਹਨਾਂ ਕਰਕੇ ਲੱਗਿਆ ਕਿ ਪ੍ਰਧਾਨ ਮੰਤਰੀ ਜੀ ਨੂੰ ਉਹ ਸਫਲਤਾ ਨਹੀਂ ਮਿਲੀ ਜਿੱਦਾਂ ਦੇ ਦਮਗੇ ਜੇ ਮਾਰੇ ਗਏ ਸੀ। ਦੂਜਾ ਜਿਹੜੇ ਉਰੇ ਆਏ ਉਹ ਆ ਕੇ ਵੀ ਕੁਛ ਮਾੜਾ ਕੁਛ ਉਹਨਾਂ ਨੂੰ ਕਹਿਣ ਨਹੀਂ ਦਿੱਤਾ ਗਿਆ, ਤੇ ਬਾਹਰ ਜਾ ਕੇ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਪ੍ਰੈਸ ਕਾਨਫਰੰਸ ਕਰਨ ਨਹੀਂ ਦਿੱਤੀ ਗਈ। ਸੋ ਉਸ ਕਿਸਮ ਨਾਲ ਉਹ ਪ੍ਰਚਾਰ ਜਿਹੜਾ ਮੋਦੀ ਜੀ ਨੇ ਬਾਅਦ ਚ ਕਰਨਾ ਸੀ ਵੀ ਸਾਡੀ ਬੱਲੇ ਬੱਲੇ ਹੋ ਗਈ, ਉਹ ਗੱਲ ਬਣ ਨਹੀਂ ਸਕੀ। ਸੋ ਇੱਥੇ ਵੀ ਮੈਨੂੰ ਲੱਗਦਾ ਹਰ ਥਾਂ ਤੇ ਪੋਜੀਸ਼ਨ ਜਿਹੜੀ ਹੈ, ਫਿਰ ਮੈਂ ਉਹੀ ਗੱਲ ਕਹਿਣਾ ਕਿ ਲੱਗ ਰਿਹਾ ਕਿ ਹਾਲਾਤ ਜਿਹੜੇ ਉਹ ਹੱਕ ਚ ਨਹੀਂ ਹੈਗੇ ਬੀਜੇਪੀ ਦੇ। ਜੀ ਬਿਲਕੁਲ ਬਿਲਕੁਲ। ਸੋ ਸਹੀ ਗੱਲ ਹੈ ਕਿ ਵੈਸੇ ਵੀ ਐਂਟੀ ਇਨਕਮ ਵੈਸੇ ਵੀ ਹੈਗੀ ਹੈ, 14 ਤੋਂ ਲੈ ਕੇ 24 ਤੱਕ ਬਣੇ ਹੋਏ ਨੇ। ਸੋ ਕਾਂਗਰਸ ਵੀ ਆਪਾਂ ਨੂੰ ਪਤਾ ਕਿ 4 ਤੋਂ ਲੈ ਕੇ 14 ਤੱਕ 10 ਸਾਲ ਰਹੀ ਸੀ, ਇੱਕ ਵੱਡਾ ਹਜੂਮ ਕਾਂਗਰਸ ਦੇ ਖਿਲਾਫ ਨਿਤਰਿਆ ਸੀ। ਬੀਜੇਪੀ ਦੇ ਵੀ ਉਹ ਹਾਲਾਤ ਲੱਗਦੇ ਨੇ। ਸੋ ਧਾਲੀਵਾਲ ਸਾਹਿਬ, ਤੁਸੀਂ ਸਾਰਾ ਮਾਮਲਾ ਖੁੱਲ ਕੇ ਸਮਝਾਇਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ। ਧਾਲੀਵਾਲ ਸਾਹਿਬ ਨੇ ਰਾਜਨੀਤੀ ਦੇ ਜਿਹੜੇ ਹੁਣ ਹਾਲਾਤ ਬਣ ਰਹੇ ਨੇ ਨੈਸ਼ਨਲ ਪੱਧਰ ਦੇ ਉੱਪਰ, ਉਹਦੇ ਤੇ ਗੱਲਬਾਤ ਕੀਤੀ। ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ।